ਹੁਣ ਅਸੀਂ ਗੁਰੂ ਕੋਲ ਆਉਣੇ ਹਾਂ। ਅੰਮ੍ਰਿਤ ਬਰਖਾ ਹੁੰਦੀ, ਝਿਮਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਪਰ ਜੇ ਹੁਣ ਸਾਡੇ ਮਨ ਵਿੱਚ ਪਿਆਸ ਹੀ ਨਹੀਂ ਰਹੀ, ਕਥਾ ਦੀ ਭੁੱਖ ਹੀ ਨਾ ਹੋਈ, ਤੇ ਫਿਰ ਸਾਡੇ ਮਨ ਨੇ ਉਸ ਨੂੰ ਗ੍ਰਹਿਣ ਨਹੀਂ ਕਰ ਸਕਣਾ। ਇਸੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਬਾਣੀ ਦੁਆਰਾ ਇਹ ਗੱਲ ਸਮਝਾਉਂਦੇ ਨੇ, ਭਾਈ ਜਦੋਂ ਵੀ ਗੁਰੂ ਦੇ ਕੋਲ ਆਉਣਾ ਤੇ ਉਸ ਵੇਲੇ ਤਿਆਰੀ ਕਰਕੇ ਆਉਣਾ ਵੀ ਮੈਂ ਗੁਰੂ ਦੇ ਕੋਲ ਨਾਮ ਦਾ ਸੌਦਾ, ਸੱਚ ਦਾ ਵਣਜ ਕਰਕੇ ਜਾ ਰਿਹਾ ਹਾਂ। ਉਸ ਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਜਿਸ ਵਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤਜ ਅਵ ਮਨ ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਅਸੀਂ ਗੁਰੂ ਦੇ ਕੋਲੋਂ ਤਿਆਰੀ ਕਰਕੇ ਆਉਣੀ ਹੈ। ਜਿਵੇਂ ਕੋਈ ਗਾਹਕ ਦੁਕਾਨਦਾਰ ਕੋਲ ਸੌਦਾ ਲੈਣ ਵਾਸਤੇ ਜਾਂਦਾ, ਪਰ ਜੇ ਉਹ ਕਾਹਲੀ ਕਾਹਲੀ ਵਿੱਚ ਸੌਦਾ ਨਾ ਲੈ ਕੇ ਆਵੇ ਤੇ ਫਿਰ ਉਹਦੇ ਪੱਲੇ ਕੱਖ ਨਹੀਂ ਹੁੰਦਾ। ਇਸੇ ਲਈ ਗੁਰੂ ਦੇ ਕੋਲ ਆਉਣਾ, ਅਸੀਂ ਨਾਮ ਦਾ ਵਣਜ ਕਰਨ ਵਾਸਤੇ ਆਉਣਾ। ਸਤਿਗੁਰੂ ਦੇ ਬਚਨ ਹੈ, ਵਣਜ ਕਰੋ ਵਣਜਾਰਿਓ, ਵਖਰ ਲਿਹੋ ਸੰਭਾਲ। ਤੈਸੀ ਵਸਤ ਵਸਾਹੀਐ, ਜੈਸੀ ਨਿਭੈ ਨਾਲ। ਗੁਰੂ ਦੇ ਕੋਲ ਆਉਣਾ, ਤਿਆਰੀ ਕਰਕੇ ਆਉਣਾ ਚਾਹੀਦਾ ਵੀ ਅਸੀਂ ਉੱਥੋਂ ਕੁਛ ਲੈ ਕੇ ਆਉਣਾ। ਇਹ ਨਾ ਹੋਵੇ ਆਏ ਵੀ ਤੇ ਪੱਲੇ ਝਾੜ ਕੇ ਉੱਠ ਗਏ, ਫਿਰ ਆਉਣ ਦਾ ਕੋਈ ਲਾਭ ਨਹੀਂ। ਤੇ ਜਿਹੜਾ ਭਾਈ ਗੁਰੂ ਦੇ ਕੋਲ ਆ ਕੇ ਬੈਠ ਕੇ ਗੁਰੂ ਦੀ ਗੱਲ ਨੂੰ ਸੁਣਦਾ ਹੈ, ਉਹਨੂੰ ਲਾਭ ਕੀ ਹੁੰਦਾ? ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਗੇ 4 ਪੌੜੀਆਂ ਦੇ ਵਿੱਚ ਸਰਵਣ ਦੀ ਮਹਿਮਾ, ਸੁਣਨ ਦੀ ਮਹਿਮਾ ਦੱਸਦੇ ਨੇ। ਕਈ ਪੁੱਛਦੇ ਨੇ ਨਾ ਵੀ ਤੁਸੀਂ ਰੋਜ਼ ਕਥਾ ਸੁਣਨ ਵਾਸਤੇ ਜਾਂਦੇ ਹੋ, ਗੁਰਬਾਣੀ ਸੁਣਨ ਵਾਸਤੇ ਜਾਂਦੇ ਹੋ, ਗੁਰ ਉਪਦੇਸ਼ ਨੂੰ ਸੁਣਨ ਵਾਸਤੇ ਜਾਂਦੇ ਹੋ, ਇਹਦਾ ਤੁਹਾਨੂੰ ਕੀ ਲਾਭ ਹੋਵੇਗਾ? ਲਓ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹਦੇ ਬਾਰੇ ਕੀ ਸਮਝਾ ਰਹੇ ਹਨ। ਸਭ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਜੀ। ਸੁਣਿਆ ਸਿੱਧ ਪੀਰ ਸੁਰਨਾਥ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਸ਼ਰਧਾ ਨਾਲ, ਭਾਵਨਾ ਦੇ ਨਾਲ, ਭਰੋਸੇ ਦੇ ਨਾਲ, ਹਲੀਮੀ ਦੇ ਨਾਲ ਸਤਿਗੁਰੂ ਦੇ ਕੋਲ ਆਉਂਦਾ ਹੈ ਤੇ ਬੈਠ ਕੇ ਗੁਰ ਉਪਦੇਸ਼ ਨੂੰ ਸੁਣਦਾ ਹੈ, ਤੇ ਫਿਰ ਸੁਣਨ ਦੇ ਨਾਲ ਕੀ ਹਾਸਲ ਹੁੰਦਾ ਹੈ? ਸੁਣਿਆ ਸਿੱਧ ਪੀਰ ਸੁਰ ਨਾਥ। ਸੁਣਿਆ ਦਾ ਅਰਥ ਹੈ ਸੁਣਨ ਦੇ ਨਾਲ। ਗੁਰਬਾਣੀ ਦੀ ਹਰ ਲਗ ਮਾਤਰ ਦਾ ਸਹੀ ਉਚਾਰਨ ਕਰਨਾ ਚਾਹੀਦਾ ਹੈ। ਕਈ ਜਿਹੜੇ ਅਣਜਾਣ ਪਾਠੀ ਨੇ ਉਹ ਸੁਣਿਆ, ਨਾਣੇ ਨੂੰ ਸਿਹਾਰੀ ਤੇ ਐੜੇ ਨੂੰ ਦੁਲਾਵਾਂ ਲੱਗੀਆਂ ਨੇ, ਉਹ ਸਿੱਧਾ ਹੀ ਸੁਣੀਏ ਜਾਂ ਸੁਣੀਏ ਉਚਾਰਨ ਕਰ ਜਾਂਦੇ ਨੇ। ਪਰ ਨਹੀਂ, ਸੁਣਿਆ ਇਸ ਢੰਗ ਦੇ ਨਾਲ ਉਚਾਰਨ ਕਰਨਾ, ਫਿਰ ਅਰਥ ਸਪਸ਼ਟ ਹੋਵੇਗਾ। ਸੁਣਿਆ ਸਿੱਧ ਪੀਰ ਸੁਰਨਾਥ। ਹਜ਼ੂਰ ਕਹਿੰਦੇ, ਭਾਈ ਜਦੋਂ ਸ਼ਰਧਾ ਨਾਲ, ਭਰੋਸੇ ਨਾਲ ਤੁਸੀਂ ਗੁਰੂ ਉਪਦੇਸ਼ ਨੂੰ ਸਰਵਣ ਕਰੋਗੇ, ਫਿਰ ਤੁਹਾਨੂੰ ਸਿੱਧ ਪੀਰ ਸੁਰ ਨਾਥ, ਇਹ 4 ਵੱਡੀਆਂ ਵੱਡੀਆਂ ਇਹ ਸਟੇਜਾਂ ਨੇ। ਸਿੱਧ ਕਹਿੰਦੇ ਨੇ ਜਿਹੜੇ ਰਿੱਧੀ ਸਿੱਧੀ ਵਾਲੇ ਲੋਕ ਨੇ, ਜਿਵੇਂ ਸਿੱਧ ਗੋਸ਼ਟ ਬਾਣੀ ਦੇ ਵਿੱਚ ਵੀ ਸਿੱਧਾਂ ਦੇ ਨਾਲ ਸਤਿਗੁਰੂ ਦੀ ਵਿਚਾਰ ਹੋਈ, ਉਹਨਾਂ ਵਿੱਚ ਬੜੀਆਂ ਸ਼ਕਤੀਆਂ ਸਨ। ਹਜ਼ੂਰ ਕਹਿੰਦੇ ਜਦੋਂ ਤੁਸੀਂ ਗੁਰੂ ਉਪਦੇਸ਼ ਨੂੰ ਸੁਣੋਗੇ ਤੇ ਸੁਣਨ ਦਾ ਇਹ ਲਾਭ ਹੋਵੇਗਾ, ਸਿੱਧ ਤੁਸੀਂ ਸਿੱਧਾਂ ਦੇ ਸਿੱਧੀ ਵਾਲੇ ਬਣ ਜਾਵੋਗੇ, ਰਿੱਧੀਆਂ ਸਿੱਧੀਆਂ ਦੇ ਮਾਲਕ ਬਣ ਜਾਵੋਗੇ। ਕਿਉਂਕਿ ਸਤਿਗੁਰੂ ਦੇ ਬਚਨ ਹੈ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਵੀ ਵਾਹਿਗੁਰੂ ਦਾ ਸਿਮਰਨ ਕਰਕੇ, ਗੁਰੂ ਉਪਦੇਸ਼ ਨੂੰ ਸੁਣ ਕੇ ਇਹ ਸਭ ਦਾਤਾਂ ਪ੍ਰਾਪਤ ਹੋ ਸਕਦੀਆਂ। ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦਬਲ ਜਾਈਏ, ਤੇਰਾ ਅੰਤ ਨਾ ਪਾਰਾ ਵਰਿਆ। ਹਜ਼ੂਰ ਕਹਿੰਦੇ ਨੇ ਜਦੋਂ ਸਿੱਖ ਗੁਰੂ ਦੇ ਕੋਲ ਜਾਂਦਾ ਹੈ ਨਾ, ਤੇ ਗੁਰੂ ਸਭ ਖਜ਼ਾਨੇ ਰਿੱਧੀਆਂ ਸਿੱਧੀਆਂ 9 ਨਿਧੀਆਂ ਦੇ ਹੱਥ ਤੇ ਤਲੀ ਤੇ ਰੱਖ ਕੇ ਬੈਠਾ ਹੁੰਦਾ।
ਉਹ ਕਹਿੰਦਾ ਆ ਬਈ ਗੁਰਸਿੱਖਾ, ਲੈ ਉਪਦੇਸ਼ ਤੇ ਸਾਰਾ ਕੁਝ ਤੇਰੇ ਲਈ ਹਾਜ਼ਰ ਹੈ। ਹਜ਼ੂਰ ਕਹਿੰਦੇ ਸੁਣਿਆ ਸਿੱਧ ਪੀਰ ਸੁਰਨਾਥ, ਸੁਣਨ ਦੇ ਨਾਲ ਸਿੱਧ ਸ਼ਕਤੀ ਵਾਲੇ ਬਣ ਜਾਈਦਾ, ਪੀਰ ਕਰਾਮਾਤੀ ਬਣ ਜਾਈਦਾ, ਤੇ ਸੁਰ ਦੇਵਤਿਆਂ ਵਾਲੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਤੇ ਨਾਥ ਇਹ ਯੋਗੀਆਂ ਦੇ ਵਿੱਚੋਂ ਜਿਹੜੇ ਸਭ ਤੋਂ ਵੱਡੀ ਪਦਵੀ ਦੇ ਮਾਲਕ ਸਨ, ਉਹਨਾਂ ਨੂੰ ਨਾਥ ਕਿਹਾ ਜਾਂਦਾ ਹੈ। ਜਿਵੇਂ ਸਿੱਧਾਂ ਦੀ ਗਿਣਤੀ 84 ਮੰਨੀ ਗਈ ਹੈ, ਤੇ ਉਹਨਾਂ ਵਿੱਚੋਂ 9 ਨਾਥ ਸਨ। ਭਾਵ ਉਹਨਾਂ ਸਿੱਧਾਂ ਵਿੱਚੋਂ ਵੀ ਜਿਹੜੇ ਉੱਚੀ ਪਦਵੀ ਦੇ ਮਾਲਕ, ਉਹਨਾਂ ਨੂੰ ਨਾਥ ਕਿਹਾ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਭਾਈ, ਜਦੋਂ ਤੁਸੀਂ ਗੁਰੂ ਦੇ ਨਾਮ ਨੂੰ ਸੁਣੋਗੇ, ਗੁਰੂ ਦੇ ਮੁਖ ਤੋਂ ਉਪਦੇਸ਼ ਨੂੰ ਸੁਣੋਗੇ, ਭਾਵਨਾ ਦੇ ਨਾਲ ਸੁਣੋਗੇ, ਪਿਆਰ ਦੇ ਨਾਲ ਸੁਣੋਗੇ, ਤੇ ਫਿਰ ਤੁਹਾਨੂੰ ਸਿੱਧਾਂ ਵਾਲੀਆਂ ਸ਼ਕਤੀਆਂ, ਪੀਰਾਂ ਵਾਲੀਆਂ ਕਰਾਮਾਤਾਂ, ਤੇ ਦੇਵਤਿਆਂ ਵਰਗੀ ਸਰਬਗਤਾ, ਤੇ ਜਿਹੜੇ ਨਾਥ ਨੇ ਉਹਨਾਂ ਵਰਗੀ ਤੁਹਾਨੂੰ ਵਡਿਆਈ ਤੇ ਮਹਾਨਤਾ ਤੇ ਪ੍ਰਤਿਸ਼ਠਾ ਪ੍ਰਾਪਤ ਹੋ ਸਕਦੀ ਹੈ। ਇਹ ਗੁਰੂ ਦੇ ਬਚਨਾਂ ਨੂੰ ਸੁਣਨ ਦਾ ਇਹ ਇੱਕ ਵੱਡਾ ਲਾਭ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ। ਸੁਣਿਆ ਧਰਤ ਧਵਲ ਆਕਾਸ, ਸੁਣਨ ਦੇ ਨਾਲ ਮਹਾਰਾਜ ਹੋਰ ਕੀ ਸਾਨੂੰ ਪ੍ਰਾਪਤ ਹੋਵੇਗਾ? ਹਜ਼ੂਰ ਕਹਿੰਦੇ ਜਦੋਂ ਤੁਸੀਂ ਗੁਰੂ ਦੇ ਮੁਖ ਤੋਂ ਬਾਣੀ ਸੁਣੋਗੇ ਤੇ ਤੁਹਾਨੂੰ ਇਸ ਗੱਲ ਦਾ ਪਤਾ ਲੱਗੇਗਾ, ਸੁਣਿਆ ਧਰਤ, ਵੀ ਇਹ ਜਿਹੜੀ ਧਰਤੀ ਹੈ ਇਹ ਵੀ ਪਰਮੇਸ਼ਰ ਦੀ ਬਣਾਈ ਹੋਈ ਹੈ। ਇਹ ਧਰਤੀ ਕੇਵਲ ਇੱਕ ਹੀ ਨਹੀਂ, ਧਰਤੀ ਹੋਰ ਪਰੈ ਹੋਰ ਧਰਤੀ ਤੋਂ ਪਰੇ ਹੋਰ ਧਰਤੀ, ਉਸ ਤੋਂ ਪਰੇ ਹੋਰ ਧਰਤੀਆਂ ਨੇ। ਅਖੀਰ ਤੇ ਸਤਿਗੁਰੂ ਮਹਾਰਾਜ ਨੇ ਇਹ ਸ਼ਬਦ ਕਹਿ ਦਿੱਤੇ, ਪਾਤਾਲਾਂ ਪਾਤਾਲ ਲਖ, ਆਗਾਸਾਂ ਆਗਾਸ, ਓੜਕ ਓੜਕ ਭਾਲ ਥਕੇ, ਵੇਦ ਕਹਿਣ ਇੱਕ ਬਾਤ। ਲੱਖਾਂ ਹੀ ਧਰਤੀਆਂ ਨੇ ਤੇ ਲੱਖਾਂ ਹੀ ਆਕਾਸ਼ ਨੇ ਤੇ ਲੱਖਾਂ ਹੀ ਪਾਤਾਲ ਨੇ। ਹਜ਼ੂਰ ਕਹਿੰਦੇ ਨੇ ਜਦੋਂ ਗੁਰੂ ਦੀ ਬਾਣੀ ਨੂੰ ਸੁਣੋਗੇ ਤੁਹਾਨੂੰ ਪਤਾ ਲੱਗ ਜਾਵੇਗਾ ਵੀ ਕਿੰਨੀਆਂ ਧਰਤੀਆਂ ਨੇ ਤੇ ਕਿੰਨੇ ਉਹ ਧਰਤੀ ਦੇ ਹੇਠਾਂ, ਧਵਲ ਦਾ ਅਰਥ ਹੈ ਧੌਲੇ ਨੇ। ਕਿਉਂਕਿ ਇੱਕ ਹਿੰਦੂ ਮਤ ਦਾ ਇਹ ਵੀ ਸਿਧਾਂਤ ਹੈ, ਉਹ ਕਹਿੰਦੇ ਨੇ ਧਰਤੀ ਨੂੰ ਇੱਕ ਧੌਲੇ ਬੈਲ ਨੇ ਚੁੱਕਿਆ ਹੋਇਆ। ਉਹ ਇੱਕ ਚਿੱਟੇ ਰੰਗ ਦਾ ਬੈਲ ਹੈ, ਉਹਨੇ ਸਿੰਘਾਂ ਦੇ ਉੱਤੇ ਇਸ ਧਰਤੀ ਨੂੰ ਚੁੱਕਿਆ ਹੋਇਆ ਹੈ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਸ ਵਹਿਮ ਨੂੰ ਅੱਗੇ ਚੱਲ ਕੇ ਦੂਰ ਕੀਤਾ ਹੈ ਵੀ ਉਹ ਜਿਹੜਾ ਧੌਲਾ ਹੈ, ਉਹ ਬੈਲ ਹੈ, ਉਹ ਕਿਹੜਾ ਹੈ। ਅੱਗੇ 16ਵੀਂ ਪੌੜੀ ਦੇ ਵਿੱਚ ਸਤਿਗੁਰੂ ਦੇ ਬਚਨ ਆਏ ਨੇ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਨ ਸੂਤ। ਉਹ ਬਈ ਧੌਲਾ ਕੋਈ ਚਪਾਇਆ ਪਸ਼ੂ ਨਹੀਂ ਹੈ, ਯਾਦ ਰੱਖੋ। ਧੌਲ ਧਰਮ, ਉਹ ਧਰਮ ਹੀ ਇੱਕ ਧੌਲਾ ਹੈ। ਉਸਦੇ 4 ਪੈਰ ਕਿਹੜੇ ਨੇ? ਉਸਦੇ 4 ਪੈਰ ਨੇ ਸੱਚ, ਸੌਚ, ਤਪ, ਦਾਨ। ਇਹ ਉਸ ਧਰਮ ਰੂਪ ਧੌਲੇ ਦੇ 4 ਪੈਰ ਨੇ। ਇਹਨਾਂ ਦੇ ਆਸਰੇ ਧਰਮ ਖਲੋਤਾ ਹੈ, ਧਰਮ ਦੇ ਆਸਰੇ ਧਰਤੀ ਖਲੋਤੀ ਹੈ। ਇਹ ਅਸਲੀ ਸਿਧਾਂਤ ਹੈ ਧੌਲੇ ਦਾ। ਹਜ਼ੂਰ ਕਹਿੰਦੇ ਨੇ ਵੀ ਜਿਹੜਾ ਵੀ ਗੁਰੂ ਦੇ ਮੁਖ ਤੋਂ ਬਾਣੀ ਸੁਣਦਾ ਹੈ, ਉਪਦੇਸ਼ ਸੁਣਦਾ ਹੈ, ਉਹਨੂੰ ਇਹਨਾਂ ਸਾਰੀਆਂ ਗੱਲਾਂ ਦਾ ਗਿਆਨ ਹੋ ਜਾਂਦਾ ਹੈ। ਸੁਣਿਆ ਧਰਤ ਧਵਲ ਆਕਾਸ਼, ਬੇਅੰਤ ਧਰਤੀਆਂ ਨੇ, ਬੇਅੰਤ ਧੌਲੇ ਨੇ ਤੇ ਬੇਅੰਤ ਆਕਾਸ਼ ਨੇ। ਉਹਨਾਂ ਸਾਰਿਆਂ ਦਾ ਉਸ ਨੂੰ ਗਿਆਨ ਹੋ ਜਾਂਦਾ ਹੈ। ਜਿਵੇਂ ਦਸਤਗੀਰ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਸਵਾਲ ਕੀਤਾ ਸੀ ਵੀ ਸਾਡੇ ਕੁਰਾਨ ਸ਼ਰੀਫ ਦੇ ਅੰਦਰ ਹਜ਼ਰਤ ਮੁਹੰਮਦ ਸਾਹਿਬ ਨੇ 14 ਤਬਕਾਂ ਦਾ ਜ਼ਿਕਰ ਕੀਤਾ ਵੀ 14 ਤਬਕ ਨੇ, ਪਰ ਤੁਸੀਂ ਆਪਣੀ ਕਲਾਮ ਦੇ ਵਿੱਚ ਪਾਤਾਲਾਂ ਪਾਤਾਲ ਲੱਖ ਲੱਖਾਂ ਦੀ ਗੱਲ ਕੀਤੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਪੀਰ ਸਾਹਿਬ ਜਿੰਨੀ ਸਮਝ ਤੁਹਾਡੇ ਪੈਗੰਬਰ ਨੂੰ ਵਾਹਿਗੁਰੂ ਨੇ ਦਿੱਤੀ ਉਹਨੇ ਉਹਨਾਂ ਦੱਸ ਦਿੱਤਾ, ਜਿੰਨੀ ਸਾਨੂੰ ਦਿੱਤੀ ਅਸੀਂ ਉਹਨਾਂ ਦੱਸ ਦਿੱਤਾ। ਵਾਹਿਗੁਰੂ ਦੀ ਰਚਨਾ, ਉਹਦੀ ਕੁਦਰਤ ਬੇਅੰਤ ਹੈ। ਹਜ਼ੂਰ ਕਹਿੰਦੇ ਨੇ ਸੁਣਿਆ ਧਰਤ ਧਵਲ ਆਕਾਸ਼, ਸੁਣਨ ਦੇ ਨਾਲ
ਧਰਤੀਆਂ ਬਾਰੇ ਪਤਾ ਲੱਗ ਜਾਂਦਾ ਹੈ, ਧੌਲਿਆਂ ਬਾਰੇ ਪਤਾ ਲੱਗ ਜਾਂਦਾ ਹੈ ਅਸਲੀ ਧੌਲਾ ਕੀ ਹੈ, ਤੇ ਆਕਾਸ਼ ਬਾਰੇ ਵੀ ਪਤਾ ਲੱਗ ਜਾਂਦਾ ਹੈ। ਇਹ ਵੀ ਵਾਹਿਗੁਰੂ ਪਰਮੇਸ਼ਰ ਦੀ ਬੇਅੰਤ ਰਚਨਾ ਹੈ। ਤੇ ਜਾਂ ਇਉਂ ਵੀ ਹੈ, ਸੁਣਿਆ ਧਰਤ ਧਵਲ ਆਕਾਸ਼, ਸੁਣਨ ਦੇ ਨਾਲ ਧਰਤੀ ਤੇ ਕੀ ਹੋ ਰਿਹਾ ਹੈ, ਧੌਲਾ ਕੀ ਚੀਜ਼ ਹੈ ਤੇ ਆਕਾਸ਼ਾਂ ਦੇ ਵਿੱਚ ਕੀ ਹੈ, ਇਹਨਾਂ ਦੀ ਵੀ ਸਾਰੀ ਜਾਣਕਾਰੀ ਹਾਸਲ ਹੋ ਜਾਂਦੀ ਹੈ। ਸੁਣਿਆ ਦੀਪ ਲੋ ਪਾਤਾਲ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਸੁਣਨ ਦੇ ਨਾਲ ਆ ਜਿਹੜੇ 7 ਦੀਪ ਨੇ, ਦੀਪ ਕਹਿੰਦੇ ਨੇ ਟਾਪੂਆਂ ਨੂੰ, ਸਮੁੰਦਰ ਦੇ ਟਾਪੂਆਂ ਨੂੰ, ਹਜ਼ੂਰ ਕਹਿੰਦੇ ਸੁਣਨ ਦੇ ਨਾਲ 7 ਦੀਪਾਂ ਦਾ, ਸਾਰੇ ਲੋਕਾਂ ਦਾ ਤੇ ਸਾਰੇ ਪਾਤਾਲਾਂ ਦਾ ਵੀ ਗਿਆਨ ਹਾਸਲ ਹੋ ਜਾਂਦਾ ਹੈ। ਕਿੱਥੇ ਕੀ ਹੋ ਰਿਹਾ ਹੈ ਇਹਦੀ ਸਰਬੱਗਤਾ ਸੁਣਨ ਦੇ ਨਾਲ ਹੁੰਦੀ ਹੈ। ਵੈਸੇ ਵੀ ਜਦੋਂ ਆਪਾਂ ਕਿਸੇ ਕੋਲੋਂ ਸੁਣਦੇ ਹਾਂ ਬਈ ਸਮੁੰਦਰਾਂ ਵਿੱਚ ਕੀ ਹੈ, ਟਾਪੂਆਂ ਦੇ ਵਿੱਚ ਕੀ ਹੈ, ਆਕਾਸ਼ਾਂ ਦੇ ਵਿੱਚ ਕੀ ਹੈ, ਹੁਣ ਤੇ ਬੜੀਆਂ ਬੜੀਆਂ ਖੋਜਾਂ ਹੋ ਰਹੀਆਂ ਨੇ, ਪਰ ਹਜ਼ੂਰ ਕਹਿੰਦੇ ਅਸੀਂ ਜਿਵੇਂ ਜਿਵੇਂ ਗੁਰਬਾਣੀ ਨੂੰ ਸੁਣਦੇ ਜਾਵਾਂਗੇ ਔਰ ਉਹ ਗੱਲਾਂ ਦਾ ਸਾਨੂੰ ਆਪਣੇ ਆਪ ਹੀ ਪਤਾ ਚੱਲਦਾ ਜਾਵੇਗਾ, ਕਿਉਂਕਿ ਸਤਿਗੁਰੂ ਦੀ ਬਾਣੀ ਹਮੇਸ਼ਾ ਲਈ ਅਟਲ ਸਚਾਈ ਦਾ ਬਿਆਨ ਕਰਦੀ ਹੈ। ਠੀਕ ਹੈ, ਭਾਵੇਂ ਕੁਝ ਲੋਕ ਇਹ ਗੱਲ ਕਹਿੰਦੇ ਨੇ ਵੀ ਜਿਹੜੀ ਅੱਜ ਕੱਲ੍ਹ ਦੀ ਸਾਇੰਸ ਹੈ ਵੀ ਇਹਨੇ ਬਹੁਤ ਕੁਝ ਨਵਾਂ ਲੱਭ ਲਿਆ ਹੈ, ਪਰ ਨਹੀਂ, ਜੋ ਕੁਝ ਸਤਿਗੁਰੂ ਨੇ ਬਾਣੀ ਵਿੱਚ ਸਾਨੂੰ ਦੱਸ ਦਿੱਤਾ ਹੈ ਇਸ ਤੋਂ ਵਧੇਕ ਨਾ ਤੇ ਕੋਈ ਸਾਇੰਸਦਾਨ, ਨਾ ਹੀ ਕੋਈ ਵਿਗਿਆਨੀ, ਨਾ ਹੀ ਕੋਈ ਫਿਲਾਸਫਰ, ਨਾ ਹੀ ਕੋਈ ਦਾਰਸ਼ਨਿਕ ਬੰਦਾ ਉਸ ਤੋਂ ਵੱਧ ਸਾਨੂੰ ਗਿਆਨ ਦੇ ਸਕਦਾ। ਇਹ ਤੇ ਸਤਿਗੁਰੂ ਦੀ ਮਹਾਨ ਬਖਸ਼ਿਸ਼ ਹੈ, ਉਹਨਾਂ ਦਾ ਸਾਨੀ ਕੋਈ ਨਹੀਂ। ਜਿਹੜੇ ਖੋਜੀ ਨੇ, ਰਿਸਰਚ ਸਕਾਲਰ ਨੇ, ਉਹਨਾਂ ਨੂੰ ਜਾ ਕੇ ਪੁੱਛ ਕੇ ਦੇਖੋ। ਇੱਕ ਨੋਬਲ ਪ੍ਰਾਈਜ਼ ਬੀਬੀ ਮਿਸ ਪਰਲ ਬਕ ਦਾ ਕਹਿਣਾ ਹੈ, ਉਹ ਕਹਿੰਦੀ ਮੈਂ ਧੰਨ ਗੁਰੂ ਨਾਨਕ ਤੇ ਮਹਾਰਾਜ ਦੀ ਬਾਣੀ ਪੜ੍ਹੀ, ਪਾਤਾਲਾਂ ਪਾਤਾਲ ਲਖ ਆਗਾਸਾਂ ਆਗਾਸ, ਫਿਰ ਮੈਂ ਸਾਇੰਸ ਨੂੰ, ਵਿਗਿਆਨ ਨੂੰ ਪੜ੍ਹਿਆ। ਮੈਂ ਇਸ ਗੱਲ ਤੇ ਹੈਰਾਨ ਹੋਈ ਵੀ ਜਿਸ ਗੱਲ ਦਾ ਵਿਗਿਆਨ ਨੂੰ, ਸਾਇੰਸ ਨੂੰ ਅੱਜ ਪਤਾ ਲੱਗਿਆ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ 500 ਸਾਲ ਉਸ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ। ਹੁਣ ਇੱਥੋਂ ਪਤਾ ਲਾਓ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸਰਬੱਗਤਾ, ਉਹਨਾਂ ਦਾ ਗਿਆਨ, ਉਹਨਾਂ ਦੀ ਸਮਝ ਕਿੰਨੀ ਮਹਾਨ ਹੋਵੇਗੀ। ਉਸਨੇ ਇੱਕ ਹੋਰ ਬੜੀ ਅੱਗੇ ਸੁੰਦਰ ਗੱਲ ਆਖੀ, ਉਹ ਕਹਿੰਦੀ ਮੈਂ ਇਸ ਗੱਲ ਤੋਂ ਹੈਰਾਨ ਹਾਂ ਵੀ ਜਿਸ ਸਤਿਗੁਰੂ ਮਹਾਰਾਜ ਨੇ 500 ਸਾਲ ਪਹਿਲਾਂ ਹੀ ਉਹ ਗੱਲਾਂ ਕਹਿ ਦਿੱਤੀਆਂ ਨੇ ਜਿਨ੍ਹਾਂ ਦਾ ਸਾਇੰਸ ਨੂੰ ਅੱਜ ਪਤਾ ਲੱਗ ਰਿਹਾ ਹੈ, ਤੇ ਜੇ ਕਿਧਰੇ ਅੱਜ ਸਾਇੰਸ ਦੇ ਜ਼ਮਾਨੇ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆ ਜਾਣ ਤੇ ਪਤਾ ਨਹੀਂ ਅੱਗੇ ਲਈ ਕੀ ਕੁਝ ਸਾਨੂੰ ਦੱਸ ਸਕਦੇ ਨੇ। ਪਰ ਨਾਲ ਹੀ ਉਸਨੇ ਇਹਦਾ ਜਵਾਬ ਆਪ ਹੀ ਦੇ ਦਿੱਤਾ। ਉਹ ਕਹਿਣ ਲੱਗੀ ਜੋ ਕੁਝ ਗੁਰੂ ਨਾਨਕ ਸਾਹਿਬ ਜੀ ਨੇ ਬਿਆਨ ਕੀਤਾ ਹੈ ਅੱਜ ਤੋਂ 5 ਸਾਲ ਪਹਿਲਾਂ, ਉਹ ਇੱਕ ਹਕੀਕਤ ਹੈ, ਉਹ ਇੱਕ ਅਟਲ ਸਚਾਈ ਹੈ ਔਰ ਉਹ ਕਦੇ ਵੀ ਗਲਤ ਨਹੀਂ ਹੋ ਸਕਦੀ। ਇਸ ਲਈ ਜੋ ਕੁਝ 5 ਸਾਲ ਪਹਿਲਾਂ ਕਿਹਾ ਤੇ ਜੇ ਸਤਿਗੁਰੂ ਅੱਜ ਆ ਗਏ ਉਹਨਾਂ ਨੇ ਅੱਜ ਵੀ ਉਹੀ ਕਹਿਣਾ। ਇਸ ਲਈ ਉਹਨਾਂ ਦੀ ਕਹਿਣੀ ਦੇ ਵਿੱਚ, ਕਥਨੀ ਦੇ ਵਿੱਚ ਕੋਈ ਅੰਤਰ ਨਹੀਂ ਆਉਣ ਵਾਲਾ, ਕਿਉਂਕਿ ਸੱਚ ਤਾਂ ਸੱਚ ਹੀ ਰਹਿੰਦਾ। ਸੱਚ ਪੁਰਾਣਾ ਹੋਵੇ ਨਾ ਹੀ, ਸੱਚ ਕਦੀ ਪੁਰਾਣਾ ਨਹੀਂ ਹੁੰਦਾ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਅੱਗੇ ਅਖੀਰ ਤੇ ਸਭ ਨੂੰ ਝੁਕਣਾ ਹੀ ਪੈਂਦਾ। ਸੁਣਿਆ ਦੀਪ ਲੋ ਪਾਤਾਲ, ਹਜ਼ੂਰ ਕਹਿੰਦੇ ਭਾਈ ਸੁਣਨ ਦੇ ਨਾਲ, ਗੁਰੂ ਦੀ ਬਾਣੀ ਸੁਣਨ ਦੇ ਨਾਲ 7 ਦੀਪਾਂ ਦੇ ਵਿੱਚ ਕੀ ਹੋ ਰਿਹਾ ਹੈ, 14 ਲੋਕਾਂ ਦੇ ਵਿੱਚ ਕੀ ਵਰਤਾਰਾ ਵਰਤ ਰਿਹਾ ਹੈ ਤੇ ਪਾਤਾਲਾਂ ਦੇ ਵਿੱਚ ਕੌਣ ਰਹਿੰਦਾ ਹੈ, ਇਹਨਾਂ ਸਾਰੀਆਂ ਚੀਜ਼ਾਂ ਦਾ ਗਿਆਨ ਹਾਸਲ ਹੋ ਜਾਂਦਾ। ਸੁਣਿਆ ਪੋਹ ਨਾ ਸਕੈ ਕਾਲ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰੂ ਦੇ ਮੁਖ ਤੋਂ ਨਾਮ ਨੂੰ ਸੁਣਦਾ ਹੈ ਤੇ ਉਹਨੂੰ ਆਪਣੇ ਮਨ ਵਿੱਚ ਵਸਾ ਲੈਂਦਾ,
ਸੁਣਿਆ ਪੋਹੇ ਨਾ ਸਕਿਆ ਕਾਲ। ਜਿਹੜਾ ਗੁਰੂ ਦੇ ਮੁਖ ਤੋਂ ਨਾਮ ਸੁਣਦਾ ਹੈ ਤੇ ਉਸ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ, ਉਹਨੂੰ ਕਾਲ ਵੀ ਨਹੀਂ ਪੋਹ ਸਕਦਾ, ਉਹਦੇ ਨੇੜੇ ਮੌਤ ਵੀ ਨਹੀਂ ਆ ਸਕਦੀ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਔਰ ਉਹ ਆਪਣੀ ਇੱਛਾ ਅਨੁਸਾਰ ਤੇ ਸਰੀਰ ਛੱਡਦੇ ਨੇ, ਪਰ ਉਹਨਾਂ ਦੇ ਨੇੜੇ ਮੌਤ ਨਹੀਂ ਆਉਂਦੀ। ਸੁਣਿਆ ਪੋਹੇ ਨਾ ਸਕਿਆ ਕਾਲ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ, ਉਥੈ ਤੇਰੀ ਰਖ ਅਗਨੀ ਉਦਰ ਮਾਹੇ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ। ਜਿੱਥੇ ਨਾਮ ਦੀ ਆਵਾਜ਼ ਕੰਨਾਂ ਵਿੱਚ ਪਵੇ, ਜਮਦੂਤ ਵੀ ਛੱਡ ਕੇ ਚਲੇ ਜਾਂਦੇ ਨੇ। ਨਾਮ ਦੀ ਸ਼ਕਤੀ ਇੰਨੀ ਹੈ। ਸੁਣਿਆ ਪੋਹੇ ਨਾ ਸਕਿਆ ਕਾਲ। ਜਦੋਂ ਕੋਈ ਵਾਹਿਗੁਰੂ ਦਾ ਪਿਆਰਾ ਮੁਖੋਂ ਵਾਹਿਗੁਰੂ ਦਾ ਨਾਮ ਲੈਂਦਾ ਹੈ, ਉਹਦੇ ਨੇੜੇ ਕਾਲ ਨਹੀਂ ਆ ਸਕਦਾ। ਚਲੋ ਭਗਤ ਨੇ ਜਦੋਂ ਨਾਮ ਜਪਣਾ ਹੈ, ਉਹ ਤੇ ਅੱਠੇ ਪੈਰ ਹੀ ਜਪਦਾ ਹੈ, ਪਰ ਜੇ ਕਦੀ ਭੁੱਲ ਭੁਲੇਖੇ ਕਿਸੇ ਬਹਾਨੇ ਜੇ ਕੋਈ ਪਾਪੀ ਮਨੁੱਖ ਵੀ ਵਾਹਿਗੁਰੂ ਦਾ ਨਾਮ ਜਪਣ ਲੱਗ ਪਵੇ, ਉਹਦੇ ਨੇੜੇ ਵੀ ਜਮਦੂਤ ਨਹੀਂ ਆ ਸਕਦੇ। ਤੁਸੀਂ ਅਜਾਮਲ ਦੀ ਬਹੁਤ ਵਾਰੀ ਸਾਖੀ ਪੜ੍ਹੀ ਸੁਣੀ ਹੋਵੇਗੀ। ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਵੀ ਉਤਰਹਿ ਪਾਰਾ। ਉਹਨੇ ਵੀ ਆਪਣੇ ਪੁੱਤਰ ਦੇ ਬਹਾਨੇ ਨਾਰਾਇਣ ਨਾਰਾਇਣ ਉਚਾਰਨ ਕੀਤਾ ਸੀ। ਪੁੱਤਰ ਹੇਤ ਨਾਰਾਇਣ ਕਹਿਓ, ਜਮ ਕੰਕਰ ਮਾਰ ਬਿਦਾਰੇ। ਸਤਿਗੁਰੂ ਦੀ ਬਾਣੀ ਇਸ ਗੱਲ ਦੀ ਗਵਾਹੀ ਦੇ ਰਹੀ ਹੈ। ਅਜਾਮਲ ਨੇ ਪੁੱਤਰ ਦੇ ਬਹਾਨੇ ਪਰਮੇਸ਼ਰ ਦਾ ਨਾਮ ਲਿਆ ਤੇ ਜਮਦੂਤ ਉਸ ਨੂੰ ਛੱਡ ਕੇ ਚਲੇ ਗਏ। ਸੁਣਿਆ ਪੋਹੇ ਨਾ ਸਕਿਆ ਕਾਲ। ਜਦੋਂ ਮੁਖੋਂ ਨਾਮ ਨੂੰ ਸੁਣਦੇ ਨੇ ਤੇ ਭਾਈ ਜਮਦੂਤ ਵੀ ਨੇੜੇ ਨਹੀਂ ਆ ਸਕਦੇ, ਤੇ ਫਿਰ ਕਾਲ ਨੇ ਉਹਨਾਂ ਦੇ ਨੇੜੇ ਆਉਣਾ ਹੀ ਕੀ ਹੈ। ਨਾਨਕ ਭਗਤਾਂ ਸਦਾ ਵਿਗਾਸ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਨਾਮ ਨੂੰ ਸੁਣਦੇ ਨੇ ਤੇ ਸੁਣ ਕੇ ਆਪਣੇ ਮਨ ਵਿੱਚ ਵਸਾ ਲੈਂਦੇ ਨੇ, ਤੇ ਫਿਰ ਉਹਨਾਂ ਨੂੰ ਵਾਹਿਗੁਰੂ ਦੀ ਕਿਰਪਾ ਦੁਆਰਾ ਭਗਤਾਂ ਦਾ ਦਰਜਾ ਪ੍ਰਾਪਤ ਹੋ ਜਾਂਦਾ ਹੈ। ਭਗਤ ਕੌਣ ਹੈ? ਜਿਹੜਾ ਪੈ ਤੇ ਪਾਉ ਵਿੱਚ ਰਹਿੰਦਾ ਹੈ। ਹਜ਼ੂਰ ਕਹਿੰਦੇ ਨੇ ਭਗਤੀ 9 ਪ੍ਰਕਾਰ ਦੀ ਹੈ। ਸਰਵਣ ਸਿਮਰਨ ਔ ਕੀਰਤਨ, ਪਾਤ ਸੇਵ ਅਰਚਾਨ, ਦਾਸਾ ਸਖਪਨ ਬੰਦਨਾ, ਸਰਬਨ ਵੇਦਨ ਜਾਣ। ਸਰਵਣ ਤੋਂ ਮੁਰਾਦ ਹੈ ਗੁਰੂ ਦਾ ਜਸ ਬੈਠ ਕੇ ਸੁਣਨਾ, ਤੇ ਸਰਵਣ ਦਾ ਹੀ ਮਹਾਤਮ ਤੁਸੀਂ ਕਥਾ ਰਾਹੀਂ ਸੁਣ ਰਹੇ ਹੋ। ਜਿਹੜਾ ਬੈਠ ਕੇ ਸੁਣਨਾ ਹੈ, ਇਹ ਵੀ ਇੱਕ ਭਗਤੀ ਹੈ। ਤੇ ਫਿਰ ਇਕਾਂਤ ਵਿੱਚ ਬੈਠ ਕੇ ਸਿਮਰਨ ਕਰਨਾ, ਇਹ ਦੂਸਰੀ ਭਗਤੀ ਹੈ। ਗੁਰੂ ਦੇ ਸਾਹਮਣੇ ਬੈਠ ਕੇ ਜਸ ਕਰਨਾ, ਇਹ ਕੀਰਤਨ ਭਗਤੀ ਹੈ ਤੀਸਰੇ ਨੰਬਰ ਤੇ। ਪਾਦ ਸੇਵ ਅਰਚਾਨ, ਗੁਰੂ ਦੇ ਚਰਨਾਂ ਦੀ ਸੇਵਾ ਕਰਨੀ। ਪਹਿਲੇ ਸਮੇਂ ਦੇ ਵਿੱਚ ਗੁਰਸਿੱਖ ਸਤਿਗੁਰੂ ਮਹਾਰਾਜ ਦੀ ਮੁੱਠੀ ਚਾਪੀ ਕਰਦੇ, ਚਰਨ ਧੋਂਦੇ, ਚਰਨਾਮ੍ਰਿਤ ਲੈਂਦੇ। ਪਰ ਹੁਣ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ, ਇਹਨਾਂ ਦੇ ਕਿਹੜੇ ਚਰਨ ਨੇ? ਹਿਰਦੈ ਚਰਨ ਸ਼ਬਦ ਸਤਿਗੁਰ ਕੋ। ਇਹ ਗੁਰੂ ਦੇ ਸ਼ਬਦ ਹੀ ਚਰਨ ਨੇ। ਇਸ ਲਈ ਗੁਰੂ ਦੇ ਚਰਨਾਂ ਦੀ ਸੇਵਾ, ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੇਵਾ। ਅਰਚਾਨ, ਅਰਚਾਨ ਤੋਂ ਮੁਰਾਦ ਹੈ ਕੋਈ ਖੁਸ਼ਬੂਦਾਰ ਚੀਜ਼ਾਂ ਜਿਵੇਂ ਸੈਂਟ, ਪਰਫਿਊਮ, ਰੂਹ ਕਿਉੜਾ ਆਦਿਕ ਛਿੜਕਣਾ। ਇਹ ਵੀ ਇੱਕ ਭਗਤੀ ਦਾ ਅੰਗ ਹੈ। ਦਾਸਾ ਸਖਪਨ ਬੰਧਨਾ, ਤੇ ਫਿਰ ਦਾਸਾ ਭਾਵ ਧਾਰਨ ਕਰਕੇ ਸੇਵਾ ਕੋ ਸੇਵਾ ਬਣਾਈ। ਅਸੀਂ ਸੇਵਾ ਤੇ ਕਰਦੇ ਹਾਂ, ਪਰ ਸੇਵਾਦਾਰ ਬਣ ਕੇ ਸੇਵਾ ਕਰਨੀ ਔਖੀ ਗੱਲ ਹੈ। ਸੇਵਾਦਾਰ ਬਣ ਕੇ ਸੇਵਾ ਕਿਵੇਂ ਹੁੰਦੀ ਹੈ? ਧੰਨ ਗੁਰੂ ਅਮਰਦਾਸ ਮਹਾਰਾਜ ਦੇ ਬਚਨ ਨੇ, ਹਸਤੀ ਸਿਰ ਜਿਉ ਅੰਕਸ ਹੈ, ਆਹਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੇ ਉਬੀ ਸੇਵ ਕਰੇ। ਇਸ ਢੰਗ ਦੇ ਨਾਲ ਸੇਵਾ ਕਰਨੀ ਬਹੁਤ ਔਖੀ ਗੱਲ ਹੈ। ਜਿਵੇਂ ਹਾਥੀ ਦੇ ਸਿਰ ਉੱਤੇ ਮਹਾਵਤ ਦਾ ਕੁੰਡਾ ਹੁੰਦਾ ਹੈ, ਗੁਰੂ ਦੇ ਭੈ ਵਿੱਚ ਰਹਿ ਕੇ ਸੇਵਾ ਕਰਨੀ, ਤੇ ਫਿਰ ਆਪਣੇ ਬੁੱਧੀ ਨੂੰ ਅਡੋਲ ਰੱਖਣਾ। ਦੁਨੀਆ ਦੇ ਲੋਕ ਚਾਹੇ ਕੁਝ ਪਏ ਆਖਣ, ਉਹਨਾਂ ਦੀ ਪਰਵਾਹ ਨਾ ਕਰਨੀ, ਆਪਣਾ ਗੁਣ ਨਾ ਗਵਾਵੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਇਹ ਵੀ ਇੱਕ ਭਗਤੀ ਹੈ। ਸਖਪਨ ਭਗਤੀ ਉਸ ਨੂੰ ਕਹਿੰਦੇ ਨੇ ਬਈ ਗੁਰੂ ਨੂੰ ਆਪਣਾ ਮਿੱਤਰ ਸਮਝਣਾ। ਕਈ ਵਾਰੀ ਅਸੀਂ ਆਪਣੀ ਗੱਲ ਮਾਤਾ ਪਿਤਾ ਤੋਂ ਵੀ ਛੁਪਾ ਲੈਂਦੇ ਹਾਂ,
ਭੈਣਾਂ ਭਰਾਵਾਂ ਤੋਂ ਵੀ ਛੁਪਾ ਲੈਂਦੇ ਹਾਂ, ਪਰ ਆਪਣੇ ਮਿੱਤਰ ਨਾਲ ਸਾਂਝੀ ਕਰਦੇ ਹਾਂ। ਗੁਰੂ ਨੂੰ ਵੀ ਆਪਣਾ ਸੱਚਾ ਮਿੱਤਰ ਜਾਣ ਕੇ ਆਪਣੇ ਦਿਲ ਦੀ ਗੱਲ ਗੁਰੂ ਦੇ ਨਾਲ ਸਾਂਝੀ ਕਰਨੀ, ਇਹ ਵੀ ਇੱਕ ਭਗਤੀ ਹੈ। ਜੀ ਕੀ ਬਿਰਥਾ ਹੋਏ ਗੁਰ ਪੈ ਅਰਦਾਸ ਕਰ, ਦਾਸਾ ਸਕਪਨ ਬੰਦਨਾ, ਤੇ ਫੇਰ ਪਾਈ ਸਤਿਗੁਰੂ ਦੇ ਚਰਨਾਂ ਤੇ ਜਦੋਂ ਵੀ ਆਉਣਾ ਨਮਸਕਾਰ ਕਰਨੀ। ਕਈ ਵਾਰ ਸਾਡਾ ਸੁਭਾਅ ਐਸਾ ਬਣਿਆ ਹੋਇਆ ਹੈ, ਆਮ ਤੌਰ ਤੇ ਜਿਹੜੇ ਅਸੀਂ ਗ੍ਰੰਥੀ ਸਿੰਘ ਜਾਂ ਗੁਰੂ ਘਰ ਦੇ ਵਿੱਚ ਰਹਿੰਦੇ ਹਾਂ, ਇੱਕ ਵਾਰੀ ਤੇ ਸਵੇਰੇ ਆ ਕੇ ਮੱਥਾ ਟੇਕ ਲੈਂਦੇ ਹਾਂ, ਪਰ ਜਦੋਂ ਬਾਰ-ਬਾਰ ਗੁਰੂ ਘਰ ਦੇ ਵਿੱਚ ਜਾਂ ਗੁਰੂ ਦੀ ਹਜ਼ੂਰੀ ਵਿੱਚ ਆਉਂਦੇ ਹਾਂ, ਮੱਥਾ ਟੇਕਣਾ ਭਾਰ ਸਮਝਦੇ ਹਾਂ। ਪਰ ਨਹੀਂ, ਜਦੋਂ ਵੀ ਸਤਿਗੁਰੂ ਦੇ ਕੋਲ ਆਉਣਾ ਹੈ ਤੇ ਅਦਬ ਦੇ ਨਾਲ, ਭਾਵਨਾ ਦੇ ਨਾਲ ਇੱਕ ਵਾਰੀ ਸੀਸ ਜ਼ਰੂਰ ਝੁਕਾਉਣਾ ਹੈ। ਇਹ ਵੀ ਇੱਕ ਭਗਤੀ ਦਾ ਅੰਗ ਹੈ। ਸਰਬ ਨਿਵੇਦਨ ਜਾਣ ਤੇ ਭਾਈ ਫਿਰ ਸਾਰਾ ਕੁਝ ਹੀ ਗੁਰੂ ਨੂੰ ਭੇਟ ਕਰਨਾ, ਸਰਬੰਸ ਦਾਨ ਕਰਨਾ, ਇਹ ਇੱਕ ਬਹੁਤ ਵੱਡੀ ਭਗਤੀ ਹੈ। ਤਾਨ ਮਾਨ ਧਨ ਸਭ ਸੌਂਪ ਗੁਰ ਕੋ, ਹੋਕੋ ਮੰਨਿਆ ਪਾਈਏ। ਹੁਣ ਦੇਖ ਲਓ, ਭਗਤ ਬਣਨਾ ਕੋਈ ਸੌਖਾ ਹੈ? ਆ ਸਾਰੀਆਂ ਗੱਲਾਂ ਤੇ ਅਮਲ ਕਰਨਾ ਪੈਂਦਾ। ਹਜ਼ੂਰ ਕਹਿੰਦੇ ਜਿਹੜੇ ਗੁਰੂ ਦੇ ਮੁਖ ਤੋਂ ਉਪਦੇਸ਼ ਨੂੰ ਸੁਣਦੇ ਹਨ, ਉਹਨਾਂ ਨੂੰ ਇਹ ਭਗਤਾਂ ਦੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਨਾਨਕ ਭਗਤਾਂ ਸਦਾ ਵਿਗਾਸ, ਉਹਨਾਂ ਭਗਤਾਂ ਨੂੰ ਹਮੇਸ਼ਾ ਲਈ ਖੁਸ਼ੀਆਂ ਤੇ ਖੇੜਿਆਂ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਆਨੰਦੋ ਆਨੰਦ ਕਣਾ ਮੈਂ ਸੋ ਪ੍ਰਭ ਡੀਠਾ ਰਾਮ, ਐਸੀ ਅਵਸਥਾ ਉਹਨਾਂ ਭਗਤਾਂ ਨੂੰ ਹਾਸਲ ਹੁੰਦੀ ਹੈ। ਹਜ਼ੂਰ ਅੱਗੇ ਫਰਮਾਉਂਦੇ ਹਨ, ਸੁਣਿਆ ਦੁਖ ਪਾਪ ਕਾ ਨਾਸ। ਭਾਈ ਜਿਹੜਾ ਸ਼ਰਧਾ ਭਾਵਨਾ ਦੇ ਨਾਲ ਗੁਰੂ ਦੇ ਮੁਖ ਤੋਂ ਬਾਣੀ ਸੁਣਦਾ ਹੈ, ਨਾਮ ਸੁਣਦਾ ਹੈ, ਤੇ ਫਿਰ ਹਜ਼ੂਰ ਕਹਿੰਦੇ ਨੇ ਦੁੱਖਾਂ ਤੇ ਪਾਪਾਂ ਦਾ ਵੀ ਨਾਸ ਹੋ ਜਾਂਦਾ ਹੈ। ਦੁੱਖ ਦਾ ਕਾਰਨ ਨੇ ਪਾਪ, ਤੇ ਪਾਪਾਂ ਕਰਕੇ ਸਾਨੂੰ ਦੁੱਖ ਆ ਕੇ ਚਿੰਬੜਦੇ ਨੇ। ਹਜ਼ੂਰ ਕਹਿੰਦੇ ਨੇ ਜਿਹੜਾ ਗੁਰੂ ਦੇ ਮੁਖ ਤੋਂ ਨਾਮ ਸੁਣਿਆ ਜਾਂਦਾ ਹੈ, ਉਪਦੇਸ਼ ਸੁਣਿਆ ਜਾਂਦਾ ਹੈ, ਇਹ ਸਾਡੇ ਦੁੱਖਾਂ ਤੇ ਪਾਪਾਂ ਨੂੰ ਦੋਹਾਂ ਨੂੰ ਨਾਸ ਕਰ ਦਿੰਦੇ। ਅਸਲੀ ਬਾਣੀ ਦਾ ਨਾਮ ਦਾ ਅਸਰ ਸਿੱਧਾ ਸਾਡੇ ਮਨ ਤੇ ਜਾਂਦਾ ਹੈ, ਤੇ ਪਾਪ ਵੀ ਮਨ ਦੇ ਵਿੱਚ ਹੀ ਵਸਦਾ ਹੈ। ਪਾਪ ਤੋਂ ਮੁਰਾਦ ਹੈ ਵੀ ਅਸੀਂ ਜਦੋਂ ਕਿਸੇ ਬਾਰੇ ਮਾੜਾ ਸੋਚਦੇ ਹਾਂ, ਉਹਨੂੰ ਪਾਪ ਕਹਿੰਦੇ ਨੇ। ਸੋਚਣਾ ਪਾਪ ਹੈ, ਤੇ ਜਦੋਂ ਕਰ ਲੈਨੇ ਉਹ ਫਿਰ ਗੁਨਾਹ ਹੈ, ਅਪਰਾਧ ਹੈ। ਇਸੇ ਲਈ ਹਜ਼ੂਰ ਕਹਿੰਦੇ ਭਾਈ ਅਸਲੀ ਦੁੱਖ ਦਾ ਕਾਰਨ ਹੈ ਪਾਪ, ਦੁੱਖ ਦੀ ਜੜ ਹੈ ਪਾਪ। ਜਦੋਂ ਅਸੀਂ ਨਾਮ ਸੁਣਦੇ ਹਾਂ ਤੇ ਉਸ ਵੇਲੇ ਉਹ ਪਾਪਾਂ ਨੂੰ ਨਾਸ ਕਰ ਦਿੰਦਾ। ਜਿਸ ਦਰਖਤ ਦੀ ਜੜ ਹੀ ਕੱਟੀ ਗਈ ਤੇ ਉਹ ਦਰਖਤ ਕਦੀ ਬਹੁਤੀ ਦੇਰ ਹਰਾ ਭਰਾ ਨਹੀਂ ਰਹਿ ਸਕਦਾ। ਇਸੇ ਲਈ ਹਜ਼ੂਰ ਕਹਿੰਦੇ ਭਾਈ ਗੁਰੂ ਦੇ ਮੁਖ ਤੋਂ ਨਾਮ ਬਾਣੀ ਸੁਣਨ ਦੇ ਨਾਲ ਦੁੱਖਾਂ ਤੇ ਪਾਪਾਂ ਦਾ ਵੀ ਨਾਸ ਹੋ ਜਾਂਦਾ। ਇਸੇ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਬਈ ਸਤਿਗੁਰੂ ਦੇ ਪਾਸ ਆ ਕੇ ਬਾਣੀ ਸੁਣਨੀ ਚਾਹੀਦੀ ਹੈ, ਤੇ ਫਿਰ ਨਾਲ ਨਾਲ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸਾਂ ਬੇਨਤੀਆਂ ਕਰਨੀਆਂ ਚਾਹੀਦੀਆਂ ਨੇ ਕਿ ਸਤਿਗੁਰੂ ਜੋ ਕੁਝ ਸੁਣਦੇ ਹਾਂ ਜਾਂ ਸੁਣਿਆ ਹੈ, ਇਹਨੂੰ ਮਨ ਵਿੱਚ ਵਸਾਉਣ ਦੀ ਵੀ ਸਮਰੱਥਾ ਦੇਣੀ। ਜਦੋਂ ਗੁਰੂ ਦਾ ਉਪਦੇਸ਼ ਮਨ ਵਿੱਚ ਵਸ ਜਾਂਦਾ ਹੈ ਨਾ, ਸਤਿਗੁਰੂ ਦੇ ਬਚਨ ਹੈ, ਸੁਣ ਉਪਦੇਸ਼ ਹਿਰਦੈ ਬਸਾਵਹੁ, ਮਨ ਇੱਛੇ ਨਾਨਕ ਫਲ ਪਾਵੋ। ਫਿਰ ਸਭ ਕੁਝ ਗੁਰੂ ਤੋਂ ਦਾਤਾਂ ਪ੍ਰਾਪਤ ਹੁੰਦੀਆਂ ਨੇ। ਇਸੇ ਲਈ ਹਜ਼ੂਰ ਕਹਿੰਦੇ ਭਾਈ ਜਿਹੜੇ ਭਗਤ ਨੇ ਉਹਨਾਂ ਨੂੰ ਹਮੇਸ਼ਾ ਲਈ ਖੁਸ਼ੀਆਂ ਤੇ ਖੇੜੇ ਪ੍ਰਾਪਤ ਹੁੰਦੇ ਨੇ, ਕਿਉਂਕਿ ਨਾਮ ਸੁਣਨ ਦੇ ਨਾਲ ਉਹਨਾਂ ਦਾ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਹੈ। ਜਦੋਂ ਦੁੱਖ ਪਾਪ ਨਾਸ ਹੋ ਜਾਂਦੇ ਨੇ ਤੇ ਫਿਰ ਹਮੇਸ਼ਾ ਲਈ ਖੁਸ਼ੀਆਂ ਹੀ ਖੁਸ਼ੀਆਂ, ਆਨੰਦ ਹੀ ਆਨੰਦ ਪ੍ਰਾਪਤ ਹੋ ਜਾਂਦਾ ਹੈ। ਸੁਣਿਆ ਈਸ਼ਰ ਬਰਮਾ ਇੰਦ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਰਵਣ ਦੀ ਦੂਸਰੀ ਪੌੜੀ ਵਿੱਚ ਫਰਮਾਉਂਦੇ ਨੇ, ਗੁਰਮੁਖੋ ਸੁਣਨ ਦੇ ਨਾਲ। ਈਸ਼ਰ ਦਾ ਅਰਥ ਹੈ ਸ਼ਿਵ ਜੀ। ਸ਼ਿਵ ਜੀ ਇੱਕ ਦੇਵਤਾ ਮੰਨਿਆ ਹੋਇਆ ਹੈ। ਬ੍ਰਹਮਾ ਵੀ ਇੱਕ ਦੇਵਤਾ ਮੰਨਿਆ, ਇਹਨੂੰ ਸ੍ਰਿਸ਼ਟੀ ਦਾ ਕਰਤਾ ਮੰਨਿਆ, ਈਸ਼ਰ ਨੂੰ ਸੰਘਾਰਕ ਮੰਨਿਆ। ਤੇ ਇੰਦ ਦਾ ਅਰਥ ਹੈ ਦੇਵਤਿਆਂ ਦਾ ਪਾਤਸ਼ਾਹ, ਉਹਨੂੰ ਇੰਦਰ ਕਹਿੰਦੇ ਨੇ। ਹਜ਼ੂਰ ਕਹਿੰਦੇ ਨੇ ਜਦੋਂ ਅਸੀਂ ਗੁਰੂ ਦੇ ਮੁਖ ਤੋਂ ਨਾਮ ਸੁਣਦੇ ਹਾਂ, ਉਪਦੇਸ਼ ਸੁਣਦੇ ਹਾਂ, ਤੇ ਸਾਨੂੰ ਸ਼ਿਵ ਜੀ ਦਾ ਵੀ ਪਤਾ ਲੱਗ ਜਾਂਦਾ ਹੈ, ਬ੍ਰਹਮਾ ਦਾ ਵੀ ਪਤਾ ਲੱਗ ਜਾਂਦਾ ਹੈ, ਤੇ ਦੇਵਤਿਆਂ ਦਾ ਪਾਤਸ਼ਾਹ ਇੰਦਰ, ਉਹਦਾ ਵੀ ਪਤਾ ਲੱਗ ਜਾਂਦਾ ਹੈ। ਕੇਵਲ ਪਤਾ ਲੱਗ ਜਾਣਾ ਹੀ ਕਾਫੀ ਨਹੀਂ। ਜੇ ਅਸੀਂ ਗੁਰੂ ਉਪਦੇਸ਼ ਨੂੰ ਸੁਣ ਕੇ ਮਨ ਵਿੱਚ ਵਸਾ ਲਈਏ
ਤੇ ਸ਼ਿਵ ਜੀ ਵਰਗੀ ਸ਼ਕਤੀ, ਉਹਦੇ ਵਰਗੀ ਸਰਬਗਤਾ, ਤੇ ਬ੍ਰਹਮਾ ਵਰਗੀ ਅਜ਼ਮਤ, ਤੇ ਇੰਦਰ ਵਰਗਾ ਪ੍ਰਤਾਪ ਵੀ ਮਿਲ ਜਾਂਦਾ ਹੈ। ਜਦੋਂ ਗੁਰੂ ਉਪਦੇਸ਼ ਨੂੰ ਧਿਆਨ ਦੇ ਨਾਲ ਸੁਣੀਏ, ਵਿਚਾਰ ਦੇ ਨਾਲ ਸੁਣੀਏ, ਸਿਦਕ ਭਾਵਨਾ ਦੇ ਨਾਲ ਸੁਣੀਏ, ਤੇ ਫਿਰ ਸ਼ਿਵ ਜੀ ਵਰਗੀ ਸ਼ਕਤੀ, ਬ੍ਰਹਮਾ ਵਰਗੀ ਕਰਾਮਾਤ ਤੇ ਇੰਦਰ ਵਰਗਾ ਪ੍ਰਤਾਪ ਵੀ ਮਿਲ ਜਾਂਦਾ ਹੈ। ਸੁਣਿਐ ਮੁਖ ਸਲਾਹਣ ਮੰਦ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਸੁਣਨ ਦੇ ਨਾਲ ਹੋਰ ਕੀ ਮਿਲਦਾ ਹੈ? ਸੁਣਿਆ ਮੁਖ ਸਲਾਹਣ ਮੰਦ। ਜਿਹੜਾ ਮੰਦ ਦਾ ਅਰਥ ਹੈ ਮੰਦਾ ਆਦਮੀ, ਭੈੜਾ ਆਦਮੀ, ਨੀਚ ਆਦਮੀ, ਜਦੋਂ ਉਹ ਵੀ ਗੁਰੂ ਦੇ ਮੁਖ ਤੋਂ ਵਾਹਿਗੁਰੂ ਦੀ ਮਹਿਮਾ ਨੂੰ ਸੁਣਦਾ ਹੈ ਤੇ ਉਹ ਵੀ ਵਾਹਿਗੁਰੂ ਦੀ ਸਲਾਹਣ ਦਾ ਅਰਥ ਹੈ ਸਿਫਤ ਸਲਾਹ ਮੁਖ ਤੋਂ ਕਰਨ ਲੱਗ ਪੈਂਦਾ। ਕਿਉਂਕਿ ਜਦੋਂ ਸੁਣਦੇ ਹਾਂ ਤੇ ਸਾਨੂੰ ਫੇਰ ਹੀ ਗੁਰੂ ਦੀ ਮਹਿਮਾ ਦਾ ਪਤਾ ਲੱਗਦਾ ਨਾ। ਜੇ ਸੁਣੀਏ ਹੀ ਨਾ ਤੇ ਗੱਲ ਨਹੀਂ ਬਣਦੀ। ਇਸੇ ਲਈ ਪਹਿਲਾ ਤੇ ਤਰੀਕਾ ਇਹੀ ਸੀ ਵੀ ਆਪਾਂ ਗੁਰੂ ਘਰ ਦੇ ਵਿੱਚ ਆ ਕੇ ਹੀ ਗੁਰੂ ਦੀ ਮਹਿਮਾ, ਸਤਿਗੁਰੂ ਦੀ ਬਾਣੀ ਸੁਣਦੇ ਹਾਂ। ਹੁਣ ਵੀ ਇਹੀ ਮੁੱਖ ਤਰੀਕਾ ਹੈ। ਜਦੋਂ ਅਸੀਂ ਗੁਰਦੁਆਰੇ ਜਾਂਦੇ ਹਾਂ, ਉੱਥੇ ਬਾਣੀ ਪੜ੍ਹੀ ਸੁਣੀ ਜਾਂਦੀ ਹੈ। ਹਜ਼ੂਰ ਕਹਿੰਦੇ ਨੇ, ਜਦੋਂ ਕੋਈ ਭੈੜਾ ਆਦਮੀ ਵੀ ਸੰਗਤ ਵਿੱਚ ਆ ਜਾਂਦਾ ਹੈ ਤੇ ਸੰਗਤ ਵਿੱਚ ਬੈਠ ਕੇ ਬਾਣੀ ਸੁਣਦਾ ਹੈ, ਕਥਾ ਕੀਰਤਨ ਸੁਣਦਾ ਹੈ, ਸੁਣਿਆ ਮੁਖ ਸਲਾਹਣ ਮੰਦ, ਉਹ ਨੀਚ ਆਦਮੀ ਵੀ ਆਪਣੇ ਮੁਖੋਂ ਵਾਹਿਗੁਰੂ ਦੀਆਂ ਸਿਫਤਾਂ ਕਰਨ ਲੱਗ ਜਾਂਦਾ ਹੈ। ਉਹ ਕਹਿੰਦਾ ਮੈਨੂੰ ਤੇ ਅੱਜ ਪਤਾ ਲੱਗਿਆ ਗੁਰੂ ਦੀ ਮਹਿਮਾ ਦਾ। ਤੇ ਹੁਣ ਜੋ ਗੁਰਮਤਿ ਪ੍ਰਚਾਰ ਦੇ ਨਵੇਂ ਸਾਧਨ ਨੇ, ਉਹਨਾਂ ਦੀ ਵੀ ਆਪਾਂ ਵਰਤੋਂ ਕਰ ਰਹੇ ਹਾਂ। ਗੱਲ ਤਾਂ ਸੁਣਦੀ ਹੈ ਨਾ। ਜਿਹੜੇ ਗੁਰਦੁਆਰੇ ਨਹੀਂ ਆ ਸਕਦੇ, ਉਹ ਭਾਈ ਕੈਸਟਾਂ ਰਾਹੀਂ, ਸੀਡੀਜ਼ ਰਾਹੀਂ, ਕੈਸਟਾਂ ਰਾਹੀਂ ਸਤਿਗੁਰੂ ਦੀ ਬਾਣੀ ਸੁਣ ਸਕਦੇ ਨੇ, ਸੁਣ ਵੀ ਰਹੇ ਨੇ। ਤੇ ਜਿਹੜੇ ਜਿਹੜੇ ਭਾਈ ਸੁਣਦੇ ਨੇ, ਉਹਨਾਂ ਦੇ ਮਨ ਤੇ ਕੁਝ ਨਾ ਕੁਝ ਅਸਰ ਤਾਂ ਜ਼ਰੂਰ ਹੁੰਦਾ ਹੀ ਹੁੰਦਾ ਹੈ। ਹੁਣ ਮੀਂਹ ਪੈਂਦਾ ਹੋਵੇ ਤੇ ਚਾਹੇ ਮਾਰੂ ਥਲ ਵੀ ਕਿਉਂ ਨਾ ਹੋਵੇ, ਇੱਕ ਵਾਰ ਤੇ ਅਸਰ ਹੋਵੇਗਾ ਹੀ। ਇਸੇ ਲਈ ਹਜ਼ੂਰ ਕਹਿੰਦੇ ਨੇ, ਸੁਣਿਆ ਮੁਖ ਸਲਾਹਣ ਮੰਦ, ਵੀ ਜਦੋਂ ਅਸੀਂ ਸੁਣਦੇ ਹਾਂ ਸਤਿਗੁਰੂ ਦੀ ਬਾਣੀ ਨੂੰ ਤੇ ਇਹਦੇ ਨਾਲ ਇਹ ਸਾਨੂੰ ਲਾਭ ਹੁੰਦੇ ਨੇ ਵੀ ਜਿਹੜਾ ਮੰਦ ਦਾ ਅਰਥ ਹੈ ਮੰਦਾ ਭੈੜਾ ਆਦਮੀ ਹੈ, ਮਾੜੀ ਸੋਚ ਵਾਲਾ ਵੀ ਹੈ, ਜਦੋਂ ਉਹ ਵੀ ਸਤਿਗੁਰੂ ਦੀ ਬਾਣੀ ਨੂੰ ਸੁਣੇਗਾ ਤੇ ਉਹ ਵੀ ਮੁਖੋਂ ਸਤਿਗੁਰੂ ਦੀਆਂ ਸਿਫਤਾਂ ਕਰੇਗਾ, ਗੁਰੂ ਦੀਆਂ ਵਡਿਆਈਆਂ ਕਰੇਗਾ, ਅਕਾਲ ਪੁਰਖ ਵਾਹਿਗੁਰੂ ਦੀਆਂ ਸਿਫਤਾਂ ਨਾਲ ਜੁੜੇਗਾ। ਇਸੇ ਲਈ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਦੀ ਮਹਿਮਾ ਦੇ ਪ੍ਰਸੰਗ ਵਿੱਚ ਬਹੁਤ ਕੁਝ ਲਿਖਿਆ ਹੈ। ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਸਤਿਗੁਰੂ ਨੇ ਕਿਵੇਂ ਕਿਵੇਂ ਕੌਡੇ ਰਾਖਸ਼ ਵਰਗੇ ਰਾਖਸ਼ਾਂ ਦਾ ਉਧਾਰ ਕੀਤਾ, ਬਾਣੀ ਇਸ ਗੱਲ ਦੀ ਸਾਨੂੰ ਗਵਾਹੀ ਦੇਵੇਗੀ। ਸੁਣਿਆ ਮੁਖ ਸਲਾਹਣ ਮੰਦ, ਕਿਵੇਂ ਕਿਵੇਂ ਸਤਿਗੁਰੂ ਨੇ ਠੱਗਾਂ ਤੇ ਚੋਰਾਂ ਦਾ ਉਧਾਰ ਕੀਤਾ, ਕਿਵੇਂ ਸਤਿਗੁਰੂ ਨੇ ਕੌੜੇ ਰੀਠਿਆਂ ਤੇ ਅੰਮ੍ਰਿਤਮਈ ਦ੍ਰਿਸ਼ਟੀ ਪਾ ਕੇ ਉਹਨਾਂ ਨੂੰ ਵੀ ਸ਼ਹਿਦ ਵਰਗੇ ਮਿੱਠੇ ਬਣਾ ਦਿੱਤਾ। ਕਿਧਰੇ ਅੰਬ ਦੀਆਂ ਅੱਕ ਦੀਆਂ ਕੁਕੜੀਆਂ ਨੂੰ ਅੰਬਾਂ ਵਾਂਗੂ ਮਿੱਠੀਆਂ ਬਣਾ ਦਿੱਤਾ। ਜਦੋਂ ਇਉਂ ਸਤਿਗੁਰੂ ਦੀ ਮਹਿਮਾ ਅਸੀਂ ਸੁਣਦੇ ਹਾਂ ਨਾ ਬਾਣੀ ਦੁਆਰਾ, ਇਤਿਹਾਸ ਦੁਆਰਾ, ਤੇ ਫਿਰ ਭੈੜੇ ਤੋਂ ਭੈੜਾ ਆਦਮੀ ਵੀ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰਨ ਤੋਂ ਰਹਿ ਨਹੀਂ ਸਕਦਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਹ ਗੁਰੂ ਨਾਨਕ ਦੀ ਵਡਿਆਈ ਹੈ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ, ਪ੍ਰਗਟ ਪਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰੋ ਤਾਰੇ, ਨਾਨਕ ਦਾਸ ਤੇਰੀ ਸਰਨਾਈ, ਸਦਾ ਸਦਾ ਬਲਿਹਾਰੇ। ਬਈ ਸਤਿਗੁਰੂ ਤੇ ਪਸ਼ੂਆਂ ਪ੍ਰੇਤਾਂ ਦਾ ਵੀ ਉਧਾਰ ਕਰ ਸਕਦੇ ਨੇ। ਜਦੋਂ ਇਹ ਗੱਲਾਂ ਭੈੜੇ ਤੋਂ ਭੈੜਾ ਮਨੁੱਖ ਵੀ ਸੁਣਦਾ ਹੈ ਤੇ ਆਖਰ ਉਹ ਵੀ ਬੰਦਾ ਬਣ ਜਾਂਦਾ ਹੈ, ਉਹ ਵੀ ਦੇਵਤਾ ਬਣ ਜਾਂਦਾ ਹੈ ਤੇ ਉਹ ਵੀ ਮੁਖੋਂ ਵਾਹਿਗੁਰੂ ਦੀ ਸਿਫਤ ਸਲਾਹ ਕਰਨ ਲੱਗ ਜਾਂਦਾ ਹੈ। ਸੁਣਿਆ ਜੋਗ ਜੁਗਤ ਤਨ ਭੇਦ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਕੋਈ ਵੀ ਗੁਰਸਿੱਖ ਮਾਈ ਭਾਈ ਸ਼ਰਧਾ ਭਾਵਨਾ ਦੇ ਨਾਲ ਗੁਰੂ ਦੇ ਮੁਖ ਤੋਂ ਨਾਮ ਸੁਣਦਾ ਹੈ, ਉਪਦੇਸ਼ ਸੁਣਦਾ ਹੈ, ਸਿੱਖਿਆ ਸੁਣਦਾ ਹੈ, ਜੋਗ ਜੁਗਤ, ਉਹਨੂੰ ਜੋਗ ਦੀ ਜੁਗਤੀ ਦਾ ਵੀ ਗਿਆਨ ਹੋ ਜਾਂਦਾ ਹੈ। ਤਨ ਭੇਤ, ਸਰੀਰ ਦੇ ਅੰਦਰ ਕੀ ਹੈ, ਇਹ ਵੀ ਸਾਰੇ ਭੇਤ ਮਿਲ ਜਾਂਦੇ ਨੇ।
क्योंकि जिहड़े योगी लोग ने वो योग दे 8 अंग मनदे है। याम, नेम, आसन, प्रत्याहार, प्राणायाम, धारणा, ध्यान ते समाधि, ये योग दे 8 अंग ने। ते जिहड़ा इन्हां नूं कर लवे कहंदे ने फिर उहनूं 10वें द्वार दी सिद्धि हासिल हो जाती है। हजूर कहंदे ने गुरसिख नूं अजिहा कुछ करन दी लोड़ ही नहीं, बस वो आके संगत विच बैठ के गुर उपदेश नूं सुन लवे, ध्यान दे नाल सुन लवे, उहनूं योग दी जुगती भी प्राप्त हो जाती। असली योग दा अर्थ है जुड़ना। जिहड़ा योग दा मुख सूत्र लिखिया है पतंजल शास्त्र दे विच, वो है योगास चित बिरती निरोध। योग दा मतलब है चित बिरती नूं रोकना। हजूर कहंदे ने जदों असीं गुरु दे मुख तों सुणदे हां ते सानूं इस गल दा पता लग जांदा है भी असली मन दी बिरती ते किवें कंट्रोल करना। एक थां ते ये बचन आए ने, मन लोचै बुराइयां गुर शब्दी ਇਹ ਮਨ ਹੋੜੀ ਹੈ। ਸਾਡੇ ਮਨ ਦੇ ਵਿੱਚ ਜਦੋਂ ਬਦੀਆਂ ਦੇ ਖਿਆਲ ਪੈਦਾ ਹੁੰਦੇ ਨੇ, ਮਨ ਬੁਰਾਈਆਂ ਬਾਰੇ ਸੋਚਦਾ ਹੈ ਤੇ ਉਸ ਵੇਲੇ ਗੁਰੂ ਕੇ ਸ਼ਬਦ ਦੁਆਰਾ ਬਾਣੀ ਦੇ ਨਾਲ ਮਨ ਨੂੰ ਅਸੀਂ ਮੋੜਨਾ ਹੈ। ਹਜ਼ੂਰ ਕਹਿੰਦੇ ਨੇ ਜਦੋਂ ਅਸੀਂ ਗੁਰੂ ਦੀ ਬਾਣੀ ਸੁਣਦੇ ਹਾਂ ਸਾਨੂੰ ਅਸਲੀ ਜੁੜਨ ਦੀ ਜੁਗਤੀ ਦਾ ਪਤਾ ਲੱਗ ਜਾਂਦਾ ਹੈ। ਰਾਜ ਲੀਲਾ ਤੇਰਾ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ, ਇਹ ਅਸਲੀ ਜੁੜਨ ਦੀ ਜੁਗਤੀ ਹੈ। ਗੁਰਸਿੱਖਾ ਜਦੋਂ ਸੰਗਤ ਵਿੱਚ ਬੈਠਾ ਹੋਵੇ ਕੀਰਤਨ ਨਾਲ ਜੁੜ, ਜਦੋਂ ਇਕੱਲਾ ਹੋਵੇ ਤੇ ਉਸ ਵੇਲੇ ਸਿਮਰਨ ਦੇ ਨਾਲ ਜੁੜ, ਇਹ ਜੁੜਨ ਦੀ ਜੁਗਤੀ ਹੈ। ਸੁਣਿਆ ਜੋਗ ਜੁਗਤ ਤਨ ਭੇਦ, ਵੀ ਸੁਣਨ ਦੇ ਨਾਲ ਵੀ ਅਸਲੀ ਜੁੜਨ ਦੀ ਜੁਗਤੀ ਨਾਮ ਹੈ, ਅਸਲੀ ਜੁੜਨ ਦੀ ਜੁਗਤੀ ਵਾਹਿਗੁਰੂ ਦਾ ਕੀਰਤਨ ਹੈ। ਇਹਦਾ ਪਤਾ ਲੱਗ ਜਾਂਦਾ ਹੈ। ਤਨ ਭੇਦ ਤੇ ਸਰੀਰ ਦੇ ਵਿਚਲੇ ਭੇਦ ਵੀ ਖੁੱਲ ਜਾਂਦੇ ਨੇ। जो ब्रह्मंडे सोई पिंडे, जो खोजै सो पावै। सानू पता लग जाता है कि साडे अंदर की है। नौनिद अमृत प्रभ का नाम देही मैं इसका विश्राम। सुनांगे तो फिर ही है ना, जे सुनांगे ही नहीं सानू अंदरले भेद का भी पता नहीं लगेगा साडे अंदर की है। मत विच रतन जवाहर माणक, पिछे सतगुरु ने बचन कीते सन। मत विच रतन जवाहर माणक, जे एक गुर की सिख सुनी, जे असी ये गुरु की सिक्ख्या सुन लईए तो साडी मत विच ही रतन जवाहर माणक प्रगट हो जाते हैं। सानू अपने अंदरले खजाने का भेद लभ जाता है। सुनन दे नाल जुड़न की जुगती ते शरीर विच की है सारा भेद खुल जाता है। सुनिया शास्त्र सिमरत वेद। लो हजूर कहते ने भाई गुरु दे मुख तो नाम बाणी सुनन दे नाल जिहड़े हिंदू मत दे धर्म शास्त्र ने, धर्म ग्रंथ ने ते 27 सिमरतियां ने ते 4 वेद ने जिन्हां नूं सर्वोत्तम ज्ञान दे ग्रंथ मन्निया है, उन्हां दा भी भेद खुल जाता है। जदों कोई गुरु दे मुख तो सुनदा है ना ਤੇ ਉਹਨੂੰ ਸਾਰੀਆਂ ਧਰਮ ਸ਼ਾਸਤਰਾਂ ਦੀ ਸਿੱਖਿਆ, ਉਹਨਾਂ ਦਾ ਸਿਧਾਂਤ, ਉਹਨਾਂ ਦਾ ਗਿਆਨ ਉਪਲਬਧ ਹੋ ਜਾਂਦਾ ਹੈ। ਕਿਉਂਕਿ ਸਤਿਗੁਰੂ ਦੀ ਬਾਣੀ ਇੱਕ ਸਮੁੰਦਰ ਹੈ। ਸਤਿਗੁਰੂ ਦੀ ਬਾਣੀ ਵਿੱਚ ਸਾਰੇ ਹੀ ਸ਼ਾਸਤਰਾਂ, ਸਿਮਰਤੀਆਂ, ਵੇਦਾਂ ਦਾ ਨਿਚੋੜ ਹੈ। ਜਦੋਂ ਅਸੀਂ ਸਤਿਗੁਰੂ ਦੀ ਬਾਣੀ ਸੁਣ ਲਈਏ ਨਾ ਤੇ ਸਾਨੂੰ ਕੁਝ ਹੋਰ ਪੜ੍ਹਨ ਸੁਣਨ ਦੀ ਲੋੜ ਹੀ ਨਹੀਂ ਰਹਿ ਜਾਂਦੀ। ਕਿਉਂਕਿ ਇੱਕ ਬਹੁਤ ਵੱਡੇ विद्वान ने स्वामी श्री राम जी, उन्होंने दे विचार सुनने का दास नूं भी मौका मिलिया और उन्होंने बहुत धर्म शास्त्रां का अध्ययन किया है। आखिर उन्होंने एक बारी गुरु महाराज की हजूरी विच ये गल आखी कि ए दुनिया के लोगों, मैं हिंदू धर्म के सारे ग्रंथ पढ़े ने, सुनिया शास्त्र सिमरत वेद, मैं होर भी धर्मां दे ग्रंथ पढ़े ने, कुरान शरीफ भी पढ़े है, बाइबल भी पढ़ी है, जो जो कुछ मैनू मिलिया मैं सब कुछ पढ़े है। पर आखिर ते जदों मैं धन गुरु नानक ते महाराज की पवित्र बाणी नूं पढ़े है, साहिब श्री गुरु ग्रंथ साहिब जी नूं पढ़े है, ते मैं हैरान हो गया। जिहड़ा कुछ होर किधरे भी नज़र नहीं आया वो कुछ मैनू इत्थों प्राप्त होया। इसलिए उन्हें बड़े फखर दे नाल ये गल कही सी। वो कहता दुनिया दे लोगों, जो किधरे भी होर नहीं है
ਉਹ ਇੱਥੇ ਹੈ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਹੈ। ਤੇ ਨਾਲ ਉਹਨੇ ਇਹ ਵੀ ਗੱਲ ਕਹਿ ਦਿੱਤੀ, ਭੁਲੇਖੇ ਵਿੱਚ ਨਾ ਰਹਿਣਾ, ਜੋ ਕੁਝ ਇੱਥੇ ਹੈ ਉਹ ਹੋਰ ਨਹੀਂ ਕਿਧਰੇ ਵੀ ਮਿਲੇਗਾ। ਇਸ ਲਈ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ। ਸਭ ਕੁਛ ਕਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਪਰਮ ਭੁਲਾਹੀ। ਗੱਲ ਤਾਂ ਇਸ ਨੂੰ ਸਮਝਣ ਦੀ ਹੈ, ਵਿਚਾਰਨ ਦੀ ਹੈ। ਸੁਣਿਆ ਸਾਸ ਸਿਮਰਤ ਵੇਦ, ਹਜ਼ੂਰ ਕਹਿੰਦੇ ਭਾਈ ਸੁਣਨ ਦੇ ਨਾਲ ਵੀ ਜਿਹੜੇ 6 ਸ਼ਾਸਤਰ ਨੇ, ਧਰਮ ਗ੍ਰੰਥ ਨੇ, 27 ਸਿਮਰਤੀਆਂ ਨੇ, 4 ਵੇਦ ਨੇ, ਉਹਨਾਂ ਦਾ ਵੀ ਪਤਾ ਲੱਗ ਜਾਂਦਾ ਵੀ ਉਹਨਾਂ ਵਿੱਚ ਕੀ ਕੁਛ ਲਿਖਿਆ ਹੋਇਆ ਹੈ। ਨਾਨਕ ਭਗਤਾਂ ਸਦਾ ਵਿਗਾਸ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਨਾਮ ਨੂੰ ਸੁਣਦੇ ਨੇ ਤੇ ਫਿਰ ਉਹਨਾਂ ਨੂੰ ਭਗਤਾਂ ਦੀ ਪਦਵੀ ਪ੍ਰਾਪਤ ਹੋ ਜਾਂਦੀ। ਉਹਨਾਂ ਭਗਤਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਦੇ ਨਾਲ ਸਦਾ ਵਿਗਾਸ, ਸਦਾ ਖੁਸ਼ੀਆਂ ਤੇ ਖੇੜਿਆਂ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਸੁਣਿਆ ਦੁਖ ਪਾਪ ਕਾ ਨਾਸ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਦੇ ਮੁਖ ਤੋਂ ਨਾਮ ਸੁਣਨ ਦੇ ਨਾਲ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਇਸ ਲਈ ਭਾਈ ਸੁਣਿਆ ਵੀ ਕਰੋ, ਸੁਣਿਆ ਵੀ ਧਿਆਨ ਦੇ ਨਾਲ ਕਰੋ, ਤਾਂ ਕਿ ਸਾਡੇ ਅੰਦਰ ਵੀ ਵਸ ਜਾਵੇ। ਜੇ ਧਿਆਨ ਨਾਲ ਕੋਈ ਗੱਲ ਸੁਣੀਏ ਨਾ, ਫਿਰ ਸਾਨੂੰ ਯਾਦ ਵੀ ਰਹਿੰਦੀ ਹੈ। ਜੇ ਧਿਆਨ ਨਾਲ ਨਾ ਸੁਣੀਏ ਤੇ ਫਿਰ ਭੁੱਲ ਵੀ ਜਾਂਦੀ ਹੈ। ਬਹੁਤੀ ਵਾਰ ਤੇ ਇਹ ਹੁੰਦਾ ਵੀ ਅਸੀਂ ਗੁਰਦੁਆਰੇ ਜਾਂਦੇ ਹਾਂ ਔਰ ਉੱਥੇ ਕੀਰਤਨ ਹੋ ਰਿਹਾ ਹੁੰਦਾ, ਅਸੀਂ ਬੈਠ ਕੇ ਸੁਣਦੇ ਹਾਂ ਤੇ ਬੜਾ ਸਿਰ ਵੀ ਹਿਲਾਉਂਦੇ ਹਾਂ ਵੀ ਬੜਾ ਆਨੰਦ ਆ ਰਿਹਾ ਹੈ, ਤੇ ਬਾਹਰ ਜਾ ਕੇ ਪੁੱਛ ਲਓ ਵੀ ਕਿਹੜਾ ਸ਼ਬਦ ਪੜ੍ਹਿਆ ਸੀ, ਯਾਦ ਹੀ ਨਹੀਂ ਹੁੰਦਾ। ਸਾਡੀ ਇਹ ਹਾਲਤ ਹੈ। ਹਜ਼ੂਰ ਕਹਿੰਦੇ ਸੁਣੋ ਉਸ ਢੰਗ ਦੇ ਨਾਲ, ਉਸ ਤਰੀਕੇ ਦੇ ਨਾਲ, ਤੁਹਾਨੂੰ ਉਹ ਭੁੱਲੇ ਨਾ। ਤੇ ਫਿਰ ਕੀ ਹੁੰਦਾ, ਸੁਣਿਆ ਦੁੱਖ ਪਾਪ ਕਾ ਨਾਸ। ਸੁਣਨ ਦੇ ਨਾਲ ਭਾਈ ਦੁੱਖਾਂ ਤੇ ਪਾਪਾਂ ਦਾ ਨਾਸ ਹੋ ਜਾਂਦਾ ਹੈ। ਵੀ ਪਾਪ ਜੜ ਹੈ ਤੇ ਦੁੱਖ ਉਸ ਦਾ ਫਲ ਹੈ, ਇਹ ਦੋਵੇਂ ਹੀ ਨਾਸ ਹੋ ਜਾਂਦੇ ਨੇ। ਇਸ ਲਈ ਭਾਈ ਪ੍ਰੇਮ ਦੇ ਨਾਲ ਬਾਣੀ ਪੜ੍ਹੋ, ਸੁਣੋ, ਤੇ ਇਹਦੇ ਨਾਲ ਦੁੱਖਾਂ ਪਾਪਾਂ ਦਾ ਨਾਸ ਹੁੰਦਾ ਹੈ ਤੇ ਸਦਾ ਵਿਗਾਸ ਵਾਲੀ ਅਵਸਥਾ ਸਾਨੂੰ ਪ੍ਰਾਪਤ ਹੋ ਜਾਂਦੀ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਅਪਾਰ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਅਮੋਲਕ ਉਪਦੇਸ਼ ਬਖਸ਼ੇ। ਆਪਾਂ ਸੁਣਿਆ, ਇਹਨਾਂ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।